बहुत ही सत्कारयोग बेरोजगार ईटी टैट पास अध्यापक साथियों, सारिਆਂ ਨੂੰ सत श्री अकाल। वाहिगुरू जी का खालसा, श्री वाहिगुरू जी की फतेह। उम्मीद करदा कि सारे साथी बहुत वधिया ठीक होवोगे ते तैयारी दे विच जुटे होवोगे। ਤਾਂ ਸਾਥੀਓ, ਅੱਜ ਅਰਜੈਂਟ 10 ਵਜੇ ਲਾਈਵ ਹੋਣ ਦਾ ਪ੍ਰੋਗਰਾਮ ਜਿਹੜਾ ਉਹ ਬਣਿਆ, ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਮੌਕਾ ਮਿਲਿਆ, ਕਿਉਂਕਿ ਬਹੁਤ ਸਾਰੇ ਫੋਨ ਆ ਰਹੇ ਸੀ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਸੀ, ਉਸ ਬਾਰੇ ਆਪਾਂ ਸਾਰੀ ਗੱਲਬਾਤ ਜਿਹੜੀ ਉਹ ਕਰਾਂਗੇ। ਸਾਥੀਓ, ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਉਸ ਸੰਘਰਸ਼ ਦੇ ਦੌਰਾਨ ਬਹੁਤ ਸਾਰੀਆਂ ਔਕੜਾਂ ਦਾ ਜਿਹੜਾ ਹੈ ਆਪਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪਿਆ, ਚਾਹੇ ਉਹ ਮਰਨ ਵਰਤ ਹੋਵੇ, ਚਾਹੇ ਉਹ ਟੈਂਕੀ ਦਾ ਡਿਸੀਜਨ ਹੋਵੇ, ਚਾਹੇ ਉਹ ਟਾਵਰਾਂ ਵਾਲਾ, ਚਾਹੇ ਉਹ ਪਟਿਆਲੇ ਦੀ ਕੁੱਟ ਦਾ ਵਾਈਪੀਐਸ ਚੌਂਕ ਨੂੰ ਡਾਂਗਾਂ ਵਾਲਾ ਚੌਂਕ ਦਾ ਨਾਮ ਦੇਣਾ। ਤਾਂ ਸਾਥੀਓ, ਇਹ ਪ੍ਰੋਟੈਸਟ ਜਿਹੜਾ ਹੈ 4.5 ਸਾਲ ਲਗਾਤਾਰ ਚੱਲਦਾ ਰਿਹਾ ਆਪਣਾ ਪ੍ਰੋਟੈਸਟ। ਤੁਹਾਨੂੰ ਪਤਾ ਹੈ ਕਿ ਇਸ ਪ੍ਰੋਟੈਸਟ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੋਇਆ 2364 ਪੋਸਟ ਤੇ 6635। ਸੋ ਗੱਲ ਕਰੀਏ ਕਿ 2364 ਪੋਸਟ ਨੂੰ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜੱਜ ਨੇ ਕੋਰਟ ਦੇ ਵਿੱਚ ਜੋ ਫੈਸਲਾ ਸੀਗਾ, ਉਸਨੇ ਡਿਸੀਜਨ ਜਿਹੜਾ ਸੀਗਾ ਆਪਦੇ ਕੋਲ ਰਿਜ਼ਰਵ ਰੱਖਿਆ। ਹਜੇ ਤੱਕ ਜਿਸ ਦਾ ਡਿਸੀਜਨ ਜਿਹੜਾ ਹੈ ਉਹ ਸਾਥੀਓ ਆਪਾਂ ਨੂੰ ਨਹੀਂ ਮਿਲਿਆ। ਤਾਂ ਅੱਗੇ 6635 ਪੋਸਟ ਹੈ, ਤਾਂ ਉਸ ਨੂੰ ਨੋਚਣ ਦੇ ਲਈ 6635 ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ 2364 ਪੋਸਟਾਂ ਦੇ ਵਿੱਚ ਅੱਜ ਉਹ ਬੀਐਡ ਵਾਲੇ ਜਿਹੜੇ ਆ ਇੱਕ ਦੂਸਰੇ ਦਾ ਹੱਕ ਖੋਹਣ ਨੂੰ ਲੱਗੇ ਹੋਏ ਆ, ਆਪਦਾ ਹੱਕ ਜਿਹੜਾ ਹੈ ਉਹ ਉਹਨਾਂ ਕੋਲ ਜਿਹੜਾ ਉਹ ਸਰਕਾਰ ਕੋਲ ਲਿੱਤਾ ਨਹੀਂ ਜਾ ਰਿਹਾ। ਦੇਖੋ ਤੁਸੀਂ, ਇੱਕ ਪਾਸੇ ਫਾਜ਼ਿਲਕਾ ਤੋਂ ਬੀਐਡ ਸਾਥੀ ਜਿਹੜਾ ਟੈਂਕੀ ਦੇ ਉੱਪਰ ਚੜਿਆ ਹੋਇਆ ਮਨੀਸ਼, ਤੇ ਉਹ ਸੰਘਰਸ਼ ਤੇ ਹੱਕ ਦੀ ਜਿਹੜੀ ਲੜਾਈ ਲੜ ਰਿਹਾ ਕਿ ਐਸਐਸਟੀ ਹਿੰਦੀ ਪੰਜਾਬੀ ਦੀਆਂ ਜਿਹੜੀਆਂ ਪੋਸਟਾਂ ਉਹ ਸਰਕਾਰ ਜਿਹੜੀ ਹੈ ਉਹਨਾਂ ਨੂੰ ਪ੍ਰੋਵਾਈਡ ਕਰੇ। ਪਰੰਤੂ ਦੂਜੇ ਪਾਸੇ ਇੱਕ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਬੈਠ ਕੇ ਇੱਕ ਇਹੋ ਜਿਹੇ ਚਾਲਾਂ ਚੱਲਦੇ ਰਹਿੰਦੇ ਆ ਕਿ ਕਿਵੇਂ ਨਾ ਕਿਵੇਂ ਅਸੀਂ ਈਟੀਟੀ ਦਾ ਹੱਕ ਜਿਹੜਾ ਹੈ ਉਸ ਨੂੰ ਮਾਰੀਏ ਤੇ ਉਹਨਾਂ ਦੇ ਉੱਪਰ ਜਿਹੜਾ ਉਹ ਕਬਜ਼ਾ ਕਰੀਏ। ਸੋ ਸਾਥੀਓ, ਬੜੀ ਹੀ ਇਹ ਸ਼ਰਮ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਹੈ ਅਕਸਰ ਉਹ ਇਨਸਾਫ ਮੰਗ ਜਿਹੜੇ ਲੋਕ ਨਹੀਂ ਹੁੰਦੇ। ਇਨਸਾਫ ਮੰਗ ਲੋਕ ਤਾਂ ਅੱਜ ਆਦਾ ਸੰਘਰਸ਼ ਜਿਹੜਾ ਹੈ ਉਹ ਸੰਗਰੂਰ ਦੇ ਵਿੱਚ ਬੀਐਡ ਵਾਲੇ ਜਿਹੜੇ ਹੈ ਉਹ ਲੜ ਰਹੇ ਨੇ, ਉਹ ਉੱਥੇ ਆਪਦੀਆਂ ਪੋਸਟਾਂ ਦੀ ਜਿਹੜੀ ਉਹ ਮੰਗ ਕਰ ਰਹੇ ਨੇ। ਉਹ ਕੋਰਟ ਦੇ ਵਿੱਚ ਜਾ ਕੇ ਪੋਸਟਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਤਾਂ ਸਾਥੀਓ, ਤੁਹਾਨੂੰ ਦੱਸ ਦਈਏ ਕਿ ਆਪਣੀਆਂ ਪੋਸਟਾਂ ਤੇ ਧਾਵਾ ਬੋਲਣ ਦੇ ਲਈ ਨਵੇਂ ਤੋਂ ਨਵੇਂ ਜਿਹੜੇ ਕੇਸ ਜਿਹੜੇ ਆ ਦਾਇਰ ਕੀਤੇ ਜਾ ਰਹੇ ਨੇ ਕੋਰਟ ਦੇ ਵਿੱਚ ਕਿ 6635 ਦੇ ਵਿੱਚ ਵੀ ਅਸੀਂ ਕੰਸੀਡਰ ਹੋਈਏ। ਤਾਂ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਣਾ ਉਹਨਾਂ ਨੂੰ ਜਿਹੜੇ ਨਵੀਆਂ ਤੋਂ ਨਵੀਆਂ ਆਡੀਓ ਬਣਾ ਕੇ ਇਹ ਕਿਲਕਲੀਆਂ ਮਾਰ ਕੇ ਜਿਹੜੀਆਂ ਆਪਦੀਆਂ ਸ਼ੋਅ ਕਰਦੇ ਆ ਕਿ ਅਸੀਂ ਈਟੀਟੀ ਦੀ ਪੋਸਟ ਤੇ ਜਿਹੜਾ ਹੈ ਉਹ ਕੰਸੀਡਰ ਹੋਵਾਂਗੇ 2364 ਦੇ ਵਿੱਚ ਵੀ ਤੇ 6635 ਵਿੱਚ ਵੀ। ਤਾਂ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਕਿ ਇਹ ਪੋਸਟਾਂ ਜਿਹੜੀਆਂ ਇਹ ਬੜਾ ਵੱਡਾ ਸੰਘਰਸ਼ ਕਰਕੇ ਜਿਹੜੀਆਂ ਪੋਸਟਾਂ ਲਈਆਂ ਨੇ, ਉਸ ਤੇ ਹੱਕ ਜਿਨ੍ਹਾਂ ਦਾ ਬਣਦਾ ਹੈ ਸਿਰਫ ਉਹੀ ਇਹਨਾਂ ਪੋਸਟਾਂ ਤੇ ਆਉਣਗੇ, ਚਾਹੇ ਸਾਨੂੰ ਹੋਰ ਜਿੰਨਾ ਮਰਜ਼ੀ ਸੰਘਰਸ਼ ਕਰਨਾ ਪਵੇ। ਤਾਂ
ਇੱਥੇ ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਜਿਹੜੇ ਸਾਡੇ ਸਾਥੀ ਵਲੰਟੀਅਰ ਹੈਗੇ ਆ, ਉਹਨਾਂ ਦੀਆਂ 8393 ਜਿਹੜੀਆਂ ਉਹਨਾਂ ਦੀ ਪੋਸਟਾਂ ਆ ਚੁੱਕੀਆਂ ਨੇ, ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਅਸੀਂ ਸ਼ੁਰੂ ਤੋਂ ਲਾ ਕੇ ਇਨਸਾਫ ਦੀ ਮੰਗ ਕਰਦੇ ਆਏ ਹਾਂ। ਤਾਂ ਅੱਜ ਫਿਰ ਮੈਂ ਮੈਂ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਸਾਡੀ ਈਟੀਟੀ ਦੀ ਪੋਸਟ ਸਿਰਫ ਈਟੀਟੀ ਦੇ ਲਈ ਹੀ ਰਹਿਣ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਬੈਟਰ ਹੋਏਗਾ, ਕਿਉਂਕਿ ਜੇਕਰ ਅਸੀਂ ਵਾਰ-ਵਾਰ ਤੁਸੀਂ 10 ਨੰਬਰ ਲੈਣ ਦੀ ਈਟੀਟੀ ਦੀ ਪੋਸਟ ਤੇ ਕੰਸੀਡਰ ਹੋਣ ਦੀ ਗੱਲ ਕਰੋਗੇ ਤਾਂ ਮਜਬੂਰ ਨਹੀਂ ਸਾਨੂੰ ਵੀ ਜਿਹੜਾ ਹੈ ਉਹ ਸਟੈਪ ਜਿਹੜਾ ਹੈ ਉਹ ਚਾਣਾ ਪੈ ਸਕਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਐਨਟੀਡੀ ਦੀ ਪੋਸਟ ਹੈ ਉਸ ਨੂੰ ਕਿਸੇ ਨੇ ਵੀ ਖਰਾਬ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਐਨਟੀਡੀ ਦੀ ਪੋਸਟ ਤੁਸੀਂ ਵੀ ਬਹੁਤ ਮਿਹਨਤ ਕਰਕੇ ਜਿਹੜੀ ਹੈ ਸੰਘਰਸ਼ ਕਰਕੇ ਲਿੱਤੀ ਹੈ ਤਾਂ ਉਸ ਨੂੰ ਸਿਰੇ ਲਗਾਓ। ਹੋਰ ਕਿਸੇ ਦੀਆਂ ਪੋਸਟਾਂ ਦੇ ਵਿੱਚ ਕੰਸੀਡਰ ਹੋਣ ਦੀ ਬਜਾਏ ਤੁਸੀਂ ਆਦੀਆਂ ਪੋਸਟਾਂ ਵੱਲ ਜਿਹੜਾ ਉਹ ਧਿਆਨ ਦਿਓ। ਹਮੇਸ਼ਾ ਵਾਸਤੇ ਅਸੀਂ ਇਹੋ ਹੀ ਗੱਲ ਕਹਿੰਦੇ ਆ ਰਹੇ ਹਾਂ ਕਿ ਸਾਡੀ ਈਟੀਟੀ ਦੀ ਪੋਸਟ ਤੇ ਕਿਸੇ ਤਰ੍ਹਾਂ ਦਾ 10 ਨੰਬਰ ਮੰਗਣ ਦੀ ਬਜਾਏ ਤੁਸੀਂ ਆਪਦੀ ਪੋਸਟ ਨੂੰ ਜਿਹੜਾ ਹੈ ਉਸ ਨੂੰ ਬਚਾ ਕੇ ਰੱਖੋ, ਕਿਉਂਕਿ ਜਿਹੜੀ ਈਟੀਟੀ ਦੀ ਪੋਸਟ ਹੈ ਉਹ 2 ਸਾਲਾਂ ਦਾ ਡਿਪਲੋਮਾ ਤੁਸੀਂ ਵੀ ਜਾਣਦੇ ਹੋ ਕਿ ਈਟੀਟੀ ਦਾ ਜਿਹੜਾ ਕਰਿਆ ਹੋਇਆ ਤੇ ਪ੍ਰੀ ਪ੍ਰਾਇਮਰੀ ਦਾ ਜਿਹੜਾ ਐਨਟੀਡੀ ਦਾ ਜਿਹੜਾ ਤੁਸੀਂ ਉਹ ਕੋਰਸ ਕਰਿਆ ਹੋਇਆ ਹੈ, ਤੁਸੀਂ ਉਸ ਲਈ ਇੱਕ ਵਿਧਾਇਕ ਜਿਹੜੇ ਪੋਸਟਾਂ ਤੇ ਜਿਹੜੇ 8393 ਤੇ ਤੁਹਾਡਾ ਨੋਟੀਫਿਕੇਸ਼ਨ ਜਿਹੜਾ ਆ ਚੁੱਕਿਆ ਹੈ, ਤੁਸੀਂ ਉਸ ਦੇ ਲਈ ਐਲੀਜੀਬਲ ਜਿਹੜੇ ਹੋਣ ਜਾ ਰਹੇ ਹੋ। ਤਾਂ ਸਾਥੀਓ ਜ਼ਿਆਦਾ ਟਾਈਮ ਤੁਹਾਡਾ ਨਹੀਂ ਲਵਾਂਗਾ, ਤੁਸੀਂ ਇਸ ਟਾਈਮ ਪੜ੍ਹ ਰਹੇ ਹੋਵੋਗੇ ਤੇ ਤੁਹਾਡੇ ਲਈ ਇੱਕ ਅਸੀਂ, ਕਿਉਂਕਿ ਜੇਕਰ ਅਸੀਂ 6635 ਤੇ 2364 ਪੋਸਟਾਂ ਤੋੜ ਤੱਕ ਲਾਉਣਾ ਹੈ ਫਰੈਸ਼, ਤਾਂ ਆਪਾਂ ਨੂੰ ਘਰਾਂ ਦੇ ਵਿੱਚੋਂ ਦੁਬਾਰਾ ਫਿਰ ਜਿਹੜਾ ਨਿਕਲਣਾ ਪੈਣਾ ਹੈ। ਤਾਂ ਇਸ ਲਈ ਸਾਥੀਓ 19 ਤਰੀਕ ਦਾ ਆਪਾਂ ਪਟਿਆਲੇ ਦਾ ਜਿਹੜਾ ਉਹ ਪ੍ਰੋਗਰਾਮ ਲਿਖਿਆ ਹੈ, ਤਾਂ 19 ਤਰੀਕ ਨੂੰ ਆਪਾਂ ਸਾਰਿਆਂ ਨੇ ਇੱਕ ਵਾਰ ਫਿਰ ਅਕੈਡਮੀਆਂ ਵਾਲੇ ਚਾਹੇ ਛੁੱਟੀ ਕਰਨ ਚਾਹੇ ਨਾ, ਪਰੰਤੂ ਆਪਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਦੇ ਹੱਕ ਦੇ ਲਈ ਲੜਨ ਦੇ ਲਈ ਤਾਂ ਤੁਸੀਂ ਸਾਰੇ ਸਾਥੀਆਂ ਨੇ ਪਟਿਆਲੇ ਹੁਮ ਹਮਾ ਕੇ ਜਿਸ ਤਰੀਕੇ ਦੇ ਨਾਲ ਮੋਹਾਲੀ ਪਹੁੰਚੇ ਸੀ ਵੱਡੀ ਗਿਣਤੀ ਦੇ ਵਿੱਚ, 19 ਤਰੀਕ ਨੂੰ ਆਪਾਂ ਪਟਿਆਲੇ ਦਾ ਜਿਹੜਾ ਉਹ ਐਕਸ਼ਨ ਲਿਖਿਆ ਹੋਇਆ ਹੈ, ਤਾਂ ਉੱਥੇ ਆਪਾਂ ਪਹੁੰਚਣਾ ਹੈ ਆਪਦੀਆਂ ਪੋਸਟਾਂ ਨੂੰ ਬਚਾਉਣ ਦੇ ਲਈ। ਤੇ ਜਿੰਨੀ ਦੇਰ ਤੱਕ ਆਪਾਂ ਸੰਘਰਸ਼ ਕਰਦੇ ਰਵਾਂਗੇ, ਲੜਦੇ ਰਵਾਂਗੇ, ਤਾਂ ਆਪਣੀਆਂ ਪੋਸਟਾਂ ਜਿਹੜੀਆਂ ਨੇ ਉਹ ਬਚ ਜਾਣਗੀਆਂ। ਨਹੀਂ ਤਾਂ ਨੋਚਣ ਵਾਲੇ ਇਹਨਾਂ ਪੋਸਟਾਂ ਨੂੰ ਬਹੁਤ ਜਣੇ ਬੈਠੇ ਨੇ, ਅੱਜ ਵੀ ਉਹ ਕੋਰਟ ਦੇ ਗੇਟ ਦੇ ਮੂਹਰੇ ਬੈਠੇ ਨੇ, ਇਹ ਨਹੀਂ ਪਤਾ ਕਿ ਕਿੰਨੇ ਹੋਰ ਕੋਰਟ ਵਿੱਚ ਕੇਸ ਲਗਾਉਣ, ਕੀ ਕੁਛ ਕਰਨ ਲਈ ਬੈਠੇ ਨੇ। ਤਾਂ ਇੱਕੋ ਹੀ ਆਪਣੇ ਕੋਲ ਰਸਤਾ ਬਚਦਾ ਹੈ ਕਿ ਆਦਾ ਹੱਕ ਲੈਣ ਦੇ ਲਈ ਆਪਾਂ ਨੂੰ ਸੰਘਰਸ਼ ਜਿਹੜਾ ਹੈ ਉਹ ਦੁਬਾਰਾ ਫਿਰ ਪਟਿਆਲੇ ਵਾਲੇ ਜਿਹੜਾ ਰੁੱਖ ਜਿਹੜਾ ਉਹ ਕਰਨਾ ਪੈਣਾ ਹੈ, ਜਿੰਦੇ ਵਿੱਚ ਆਪਣਾ ਈਟੀਟੀ ਦੀਆਂ 2364 ਤੇ 6635 ਜਿਹੜੀ ਪੋਸਟ ਹੈ ਉਸ ਨੂੰ ਫਰੈਸ਼ ਈਟੀਟੀ ਦੇ ਕੈਂਡੀਡੇਟ ਨੂੰ ਜਿਹੜਾ ਦਿਵਾਉਣਾ, ਓਵਰਏਜ ਦੇ ਮਸਲੇ ਨੂੰ ਜਿਹੜਾ ਹੱਲ ਕਰਵਾਉਣਾ, ਹੋਰ ਵੀ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿੰਦੇ ਵਿੱਚ ਵਿਜ਼ੂਅਲ ਇੰਪੇਅਰਡ, ਹੀਅਰਿੰਗ ਇੰਪੇਅਰਡ ਤੇ ਨਾਲ ਦੇ ਸਾਥੀ ਜਿਹੜੇ ਹੈਗੇ ਆ ਉਹਨਾਂ ਦੀਆਂ ਮੰਗਾਂ ਕੁਝ ਹੈਗੀਆਂ ਨੇ, ਉਹ ਸਾਰੀਆਂ ਮੰਗਾਂ ਦਾ ਜਿਹੜਾ ਹੈ ਉਹ ਹੱਲ ਜਿਹੜਾ ਹੈ ਆਪਾਂ ਉਹ ਕਰਵਾਉਣਾ। ਤੁਹਾਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਆਪਾਂ ਸੰਘਰਸ਼ ਨਹੀਂ ਕਰਦੇ ਉਨੀ ਦੇਰ ਤੱਕ ਆਪਣੀਆਂ ਮੰਗਾਂ ਦਾ ਹੱਲ ਜਿਹੜਾ ਹੈ ਉਹ ਨਹੀਂ ਹੋਇਆ। ਤਾਂ ਸਾਥੀਓ ਯਾਦ ਰੱਖੋ 19 ਤਰੀਕ ਨੂੰ ਪਟਿਆਲੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ। ਅੱਜ ਲਾਈਵ ਹੋਣ ਦਾ ਮੇਰਾ ਮਕਸਦ ਇਹ ਹੈ ਕਿ ਤੁਹਾਡੇ ਤੱਕ ਮੈਸੇਜ ਪਹੁੰਚਾਉਣਾ ਕਿ ਤੁਸੀਂ ਅੱਜ ਤੇ ਕੱਲ ਦਾ ਟਾਈਮ ਜਿਹੜਾ ਉਹ ਪੜ੍ਹਾਈ ਦੇ ਵਿੱਚ ਲਗਾਓ, ਪਰੰਤੂ ਕੱਲ ਨੂੰ ਹੀ ਬੈਗ ਦੇ ਵਿੱਚ ਆਪਣਾ ਇਹ ਸੂਟ ਜਿਹੜੇ ਉਹ ਪੈਕ ਕਰਕੇ ਪਟਿਆਲੇ ਦੇ ਵਿੱਚ ਪਹੁੰਚੋ ਆਪਦਾ ਹੱਕ ਲੈਣ ਦੇ ਲਈ। 19 ਤਰੀਕ ਦਾ ਆਪਣਾ ਜਿਹੜਾ ਹੈ ਉਹ ਪ੍ਰੋਗਰਾਮ ਜਿਹੜਾ ਉਹ ਲੀਕ ਚੁੱਕਿਆ, ਸਾਰੀ ਸਟੇਟ ਕਮੇਟੀ ਦਾ ਆਪਣਾ ਫੈਸਲਾ ਜਿਹੜਾ ਹੋ ਚੁੱਕਿਆ ਹੈ। ਤਾਂ ਹਰ ਹਾਲਤ ਵਿੱਚ ਪਟਿਆਲੇ ਜਿਹੜਾ ਆਪਾਂ ਇਕੱਤਰ ਹੋਣਾ ਹੈ ਆਦੇ ਹੱਕ ਦੇ ਲਈ। ਹੁਣ ਫਿਰ ਆਪਣੇ ਹੱਕ ਦੇ ਉੱਪਰ ਜਿਹੜਾ ਹੈ ਡਾਕਾ ਜਿਹੜਾ ਉਹ ਮਾਰਿਆ ਜਾ ਰਿਹਾ ਹੈ,
ਤੇ ਆਦੇ ਇੱਕ ਬੇਨਤੀ ਕਰਨਾ ਚਾਹਣਾ ਤੇ ਅਪੀਲ ਵੀ ਹੈ ਮੇਰੇ ਵੱਲੋਂ ਕਿ ਸਾਥੀਓ ਧੀਰਜ ਰੱਖੋ। 2364 ਪੋਸਟ ਨੂੰ ਆਪਾਂ ਸਿਰੇ ਤੱਕ ਜਿਹੜੇ ਉਹ ਲਾਵਾਂਗੇ। ਵਿਸ਼ਵਾਸ ਰੱਖੋ, ਜੇਕਰ ਆਪਾਂ ਪੋਸਟਾਂ ਕਢਵਾ ਸਕਦੇ ਆ ਤੇ ਆਪਾਂ ਇਹਨਾਂ ਨੂੰ ਸਿਰੇ ਤੱਕ ਵੀ ਲਾ ਸਕਦੇ ਆ, ਕਿਉਂਕਿ ਬਹੁਤ ਸਾਰੇ ਸਾਥੀਆਂ ਦੇ ਜਿਹੜੇ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਣਗਿਣਤ ਸਾਥੀਓ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਮੈਂ ਗੱਲ ਕਰ ਰਿਹਾ ਸੀਗਾ ਕਿ ਆਪਾਂ ਬਹੁਤ ਹੀ ਸਾਰੇ ਸਿਲੈਕਟਡ ਸਾਥੀਆਂ ਦੇ ਜਿਹੜੇ ਫੋਨ ਆਉਂਦੇ ਆ ਕਿ ਸਾਰਾ ਦਿਨ ਕੋਈ ਉਹਨਾਂ ਦੀ ਗਿਣਤੀ ਨਹੀਂ, ਕਿ ਪੜ੍ਹਨ ਦਾ ਵੀ 5 ਮਿੰਟ ਦਾ ਮੌਕਾ ਵੀ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਤਾਂ ਸਾਥੀਓ ਘਬਰਾਉਣ ਦੀ ਲੋੜ ਨਹੀਂ। ਮੈਂ ਵੀ ਸਿਲੈਕਟਡ ਹਾਂ 2364 ਦੇ ਵਿੱਚ, ਤਾਂ ਵਿਸ਼ਵਾਸ ਕਰੋ ਕਿ ਆਪਾਂ ਬਹੁਤ ਜਲਦੀ ਜਿਹੜੇ ਹੈ ਜੁਆਇਨਿੰਗ ਲੈਟਰ ਜਿਹੜੇ ਉਹ ਲਵਾਂਗੇ। 2364 ਪੋਸਟ ਪਹਿਲਾਂ ਕੰਪਲੀਟ ਕਰਕੇ ਤਾਂ 6635 ਨੂੰ ਨਾਲ ਦੀ ਨਾਲ ਹੀ ਆਪਾਂ ਜਿਹੜਾ ਹੈ ਉਹ ਕੰਪਲੀਟ ਕਰਵਾਵਾਂਗੇ। ਘਬਰਾਉਣ ਦੀ ਜ਼ਰੂਰਤ ਨਹੀਂ। ਜਿੱਥੇ ਇੰਨਾ ਸਮਾਂ ਆਪਣਾ ਪਹਿਲਾਂ ਲੰਘ ਚੁੱਕਿਆ ਹੈ ਉੱਥੇ ਕੁਝ ਦਿਨ ਹੋਰ ਵੀ ਆਪਾਂ ਨੂੰ ਜਿਹੜਾ ਹੈ ਉਹ ਜੇਕਰ ਆਪਾਂ ਉਹ ਦਿਨ ਜਿਹੜੇ ਹੈ ਲਾਸਟ ਵਾਲੇ ਹੋਣ ਵਾਲੇ ਜਿਹੜੇ ਉਹ ਲੰਘਾ ਸਕਦੇ ਆ ਤੇ ਆਪਣੇ ਦੂਸਰੇ ਸਾਥੀਆਂ ਦਾ ਜਿਹੜਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਉਹ ਭਲਾ ਹੋ ਸਕਦਾ ਹੈ। ਕਿਉਂਕਿ ਅੱਜ ਤੋਂ 4.5 ਸਾਲ ਹੋ ਚੱਲੇ ਨੇ। ਕੁਝ ਸਾਥੀ ਜਿਹੜੇ ਆਪਣੇ ਦੇ ਨਾਲ ਜਿਹੜੇ 2364 ਦੇ ਵਿੱਚ ਜਿਹੜੇ ਕੰਸੀਡਰ ਨਹੀਂ ਹੋਏ, ਜਿਹੜੇ ਲੱਗ ਨਹੀਂ ਪਾਏ, ਉਹਨਾਂ ਦੇ ਵਿੱਚ ਮੈਰਿਟ 'ਚ ਨਹੀਂ ਆ ਸਕੇ, ਉਹ ਅੱਜ ਵੀ ਜਿਹੜੇ ਉਹ ਜੌਬ ਤੋਂ ਬਾਹਰ ਨੇ। ਉਹਨਾਂ ਦਾ ਜਿਹੜੇ ਟੈਸਟ ਦੀ ਜਿਹੜੀ ਉਹ ਤਿਆਰੀ ਕਰ ਰਹੇ ਨੇ, ਤਾਂ ਉਹਨਾਂ ਨੂੰ 6635 ਵਿੱਚ ਜਿਹੜੇ ਹੈ ਸੇਫ ਬਣਾਉਣ ਦੇ ਲਈ ਆਪਾਂ ਨੂੰ ਜਿਹੜਾ ਹੈ ਉਹਨਾਂ ਦਾ ਸਗੋਂ ਸਾਥ ਦੇਣਾ ਚਾਹੀਦਾ ਹੈ। ਤਾਂ ਸਾਰੇ ਸਾਥੀ ਜਿੰਨੀ ਦੇਰ ਤੱਕ ਆਪਣਾ ETT ਵਾਲਿਆਂ ਦਾ ਆਪਦਾ ਜਿਹੜਾ ਇੱਕ ਇਕੱਠ ਨਹੀਂ ਹੁੰਦਾ ਉਨੀ ਦੇਰ ਤੱਕ ਆਪਾਂ ਜਿਹੜੀ ਉਹ ਜੰਗ ਜਿਹੜੀ ਉਹ ਨਹੀਂ ਜਿੱਤ ਸਕਦੇ। ਤਾਂ 2364 ਜਿੰਨੇ ਵੀ ਆਪਣੇ ਸਿਲੈਕਟਡ ਸਾਥੀ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਮੈਂ ਵੀ ਤੁਹਾਡੇ ਨਾਲ ਹੀ ਖੜਾ ਤੇ ਆਪਾਂ 2364 ਪੋਸਟ ਜਿਹੜੀ ਹੈ ਉਹਨਾਂ ਨੂੰ ਵੀ ਆਪਾਂ ਸਿਰੇ ਤੱਕ ਲਾਵਾਂਗੇ। ਤੁਸੀਂ ਸਾਡੇ ਨਾਲ ਕਿਧਰੇ ਅਲੱਗ ਹੋ ਕੇ ਨਾ ਜੁੜੋ। ਆਪਦੇ ਜਿਹੜਾ ਘਰ ਹੈ ਉਸ ਦੇ ਵਿੱਚ ਜਿਹੜੀ ਉਹ ਤੁਸੀਂ ਵਾਪਸੀ ਕਰੋ, ਸਾਡੇ ਨਾਲ ਜੁੜ ਕੇ ਚੱਲੋ। ਆਪਾਂ ਬਹੁਤ ਜਲਦੀ ਜਿਹੜੀ ਹੈ 2364 ਪੋਸਟ ਵੀ ਜਿਹੜੀ ਹੈ ਉਸ ਨੂੰ ਕੰਪਲੀਟ ਕਰਵਾਵਾਂਗੇ ਤੇ 6635 ਨੂੰ ਵੀ ਕੰਪਲੀਟ ਕਰਵਾਵਾਂਗੇ। ਉਹ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੋਊਗਾ। ਅਲੱਗ-ਅਲੱਗ ਹੋ ਕੇ ਆਪਾਂ ਜਿਹੜੀ ਹੈ ਉਸ ਨੂੰ ਜਿਹੜੀ ਹੈ ਪੂਰੀ ਨੇਪਰੇ ਤੱਕ ਨਹੀਂ ਚਾੜ ਸਕਦੇ, ਕਿਉਂਕਿ ਖਿੱਚੋਤਾਣੀ ਜਿਹੜੀ ਹੈ ਅਲੱਗ-ਅਲੱਗ ਬਹੁਤ ਹੋ ਚੁੱਕੀ ਹੈ। ਤਾਂ ਸਾਥੀਓ ਜਿਹੜੇ ਓਵਰੇਜ ਵਾਲਾ ਜਿਹੜਾ ਆਪਣਾ ਮਸਲਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਗੰਭੀਰ ਜਿਹੜੀ ਸਮੱਸਿਆ ਹੋਈ, ਕਿਉਂਕਿ ਜਦੋਂ ਮੀਟਿੰਗ ਦੇ ਵਿੱਚ ਜਾਂਦੇ ਆ ਤੇ ਡਿਪਾਰਟਮੈਂਟ ਦੇ ਵੱਲੋਂ ਜਾਂ ਮੰਤਰੀ ਵੱਲੋਂ ਇਹ ਕਿਹਾ ਜਾਂਦਾ ਕਿ ਸਾਰੀ ਅਲੱਗ-ਅਲੱਗ ਡਿਪਾਰਟਮੈਂਟ ਦਾ ਜਿਹੜਾ ਉਹ ਮਸਲਾ ਹੈ ਉਹ ਹੱਲ ਜਿਹੜਾ ਹੈ ਸਾਰੇ ਡਿਪਾਰਟਮੈਂਟ ਦਾ ਹੋਊਗਾ। ਤਾਂ ਸਾਥੀਓ ਤੁਹਾਨੂੰ ਦੱਸ ਦਈਏ ਕਿ ਆਪਣੀ ਪਰਸੋਨਲ ਵਿਭਾਗ ਦੇ ਵਿੱਚ ਜਿਹੜੀ ਆ ਫਾਈਲ ਪਹੁੰਚ ਚੁੱਕੀ ਹੈ, ਕਿਉਂਕਿ ਆਪਾਂ ਨੂੰ ਓਵਰੇਜ ਵਾਲਿਆਂ ਨੂੰ ਮੌਕਾ ਮਿਲ ਚੁੱਕਿਆ ਹੈ। ਅਪਲਾਈ ਦਾ ਪੇਪਰ ਦੇ ਵਿੱਚ ਬੈਠਣ ਦਾ ਵੀ ਮੌਕਾ ਜਿਹੜਾ ਹੈ ਉਹ ਮਿਲ ਚੁੱਕਿਆ ਹੈ। ਤਾਂ ਸਿਰਫ ਆਪਾਂ ਸਰਕਾਰ ਦੇ ਕੋਲੋਂ ਹਾਂ ਕਰਵਾਉਣੀ ਹੈ ਕਿ ਅਸੀਂ ਇਸ 6635 ਦੇ ਵਿੱਚ ਕੰਸੀਡਰ ਹੋਣਾ ਹੈ, ਮੈਰਿਟ ਦੇ ਵਿੱਚ ਆਉਣਾ ਹੈ। ਤਾਂ ਸਾਥੀਓ ਜਿੰਨੇ ਵੀ ਓਵਰੇਜ ਵਾਲੇ ਸਾਥੀ ਘਰਾਂ ਦੇ ਵਿੱਚ ਬੈਠੇ ਨੇ ਉਹ ਸਾਰੇ ਪਟਿਆਲੇ 19 ਤਰੀਕ ਨੂੰ ਜ਼ਰੂਰ ਪਹੁੰਚੋ। ਤਾਂ ਮੈਂ ਇੱਥੇ ਸਰਕਾਰ ਨੂੰ ਇਸ ਗੱਲ ਦੀ ਇੱਕ ਚੇਤਾਵਨੀ ਦੇਣਾ ਚਾਹਣਾ ਕਿ ਸਾਡੀ ETT ਦੀ ਪੋਸਟ 6635 ਜੋ ਸਰਵਿਸ ਰੂਲ ਬਣਾਏ ਹੋਏ ਨੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਸ ਨੂੰ ਸਿਰੇ ਤੱਕ ਲਾਇਆ ਜਾਵੇ। ਸਾਡੇ ਨੋਟੀਫਿਕੇਸ਼ਨ ETT ਦੇ ਤੇ ਸਰਵਿਸ ਰੂਲਾਂ ਦੇ ਵਿੱਚ ਕੋਈ ਵੀ ਛੇੜਛਾੜ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਇਹ ਨਾ ਹੋਵੇ ਮਜਬੂਰਨ ਸਾਨੂੰ ਫਿਰ ਦੁਬਾਰਾ ਇੱਕ ਵੱਡੇ ਸੰਘਰਸ਼ ਦਾ ਜਿਹੜਾ ਹੈ ਰੁਖ ਅਪਣਾਉਣਾ ਪਵੇ, ਜਿੰਦੇ ਵਿੱਚ ਦੁਬਾਰਾ ਫਿਰ ਸਰਕਾਰ ਦੀ ਜਿਹੜੀ ਹੈ ਉਹ ਆਪਣੇ ਆਪ ਇਹ ਸੋਚ ਲਵੇ ਕਿ ਬਦਨਾਮੀ ਜਿਹੜੀ ਹੈ ਬਹੁਤ ਜ਼ਿਆਦਾ ਹੋਊਗੀ, ਕਿਉਂਕਿ ETT ਦਾ ਸੰਘਰਸ਼ ਜਿਹੜਾ ਹੈ ਉਹ ਪਹਿਲਾਂ ਵੀ ਸਰਕਾਰ ਜਿਹੜੀ ਹੈ ਉਹ ਜਾਣ ਚੁੱਕੀ ਹੈ। ਤਾਂ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਿੱਛਾ ਨਹੀਂ ਹਟਾਂਗੇ ਜਿੰਨੀ ਦੇਰ ਤੱਕ ਸਾਡਾ ਜਿਹੜਾ ਹੱਕ ਜਿਹੜਾ ਉਹ ਸਾਨੂੰ ਨਹੀਂ ਮਿਲ ਸਕਦਾ। ਹਰਜੀਤ ਬਰਨਾਲੇ ਤੋਂ ਤੇ ਸੁਰਿੰਦਰਪਾਲ ਜਿਹੜਾ ਗੁਰਦਾਸਪੁਰ ਤੋਂ 135 ਦਿਨ ਜਿਹੜੇ ਸੁਰਿੰਦਰਪਾਲ ਨੇ ਤੇ 70 ਦਿਨ ਜਿਹੜੇ ਆ ਸਾਡੇ ਸਾਥੀ ਹਰਜੀਤ ਨੇ ਟਾਵਰਾਂ ਦੇ ਉੱਪਰ ਗੁਜ਼ਾਰੇ ਨੇ। ਪਟਿਆਲੇ ਦਾ ਇੱਕ ਇੱਕ ਬੱਚਾ ਜਿਹੜਾ ਉਹ ਜਾਣਦਾ ਹੈ
ਤੇ ਇਹਨਾਂ ਦੇ ਨਾਲ ਜਿਹੜੇ ਸਾਥੀ ਸਾਡੇ ਸੰਗਰੂਰ ਦੇ ਵਿੱਚ ਵੀ ਟੈਂਕੀਆਂ ਦੇ ਉੱਪਰ ਡਟੇ ਰਹੇ ਨੇ, ਚਾਹੇ ਉਹਨਾਂ ਨੇ ਮਰਨ ਵਰਤ ਤੇ ਵੀ ਬੈਠੇ ਰਹੇ ਨੇ। ਤਾਂ ਈਟੀਟੀ ਦਾ ਇੱਕ ਇੱਕ ਯੋਧਾ ਜਿਹੜਾ ਹੈ ਉਹ ਲੜਨ ਦੇ ਲਈ ਤਿਆਰ ਬੈਠਾ ਹੈ ਆਪਦੇ ਹੱਕ ਦੇ ਲਈ, ਤਾਂ ਪਿੱਛੇ ਨਹੀਂ ਹਟੂਗਾ। ਅਸੀਂ ਅੱਗੇ ਫਿਰ ਸੰਘਰਸ਼ ਕਰਾਂਗੇ। ਜੇਕਰ ਸਾਡੀਆਂ ਪੋਸਟਾਂ ਨੂੰ ਜੇਕਰ ਉਹਨਾਂ ਦੇ ਵਿੱਚ ਕੋਈ ਵੀ ਛੇੜਛਾੜ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਸਾਥੀਓ ਰੈਡੀ ਹੋ ਜਾਓ। 19 ਤਰੀਕ ਨੂੰ ਆਪਣਾ ਜਿਹੜਾ ਐਕਸ਼ਨ ਉਹ ਲਿਖਿਆ ਜਾ ਚੁੱਕਿਆ ਹੈ। ਆਪਾਂ ਵੱਡੀ ਗਿਣਤੀ ਦੇ ਵਿੱਚ ਪਟਿਆਲੇ ਫਿਰ ਮੋਤੀ ਮਹਿਲ ਦੇ ਵੱਲ ਜਾਵਾਂਗੇ ਤੇ ਸਰਕਾਰ ਨੂੰ ਯਾਦ ਕਰਵਾਵਾਂਗੇ ਕਿ ਤੁਸੀਂ ਸਾਡੀ ਈਟੀਟੀ ਦੀ ਪੋਸਟ ਦੇ ਵਿੱਚ ਵਾਅਦਾ ਕਰਿਆ ਸੀਗਾ ਕਿ ਕੋਈ ਤਰ੍ਹਾਂ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਊਗੀ, ਸੇਫ ਇਹਨੂੰ ਜਿਹੜਾ ਹੈ ਸਿਰੇ ਤੱਕ ਲਗਾਇਆ ਜਾਊਗਾ। ਸੋ ਦੁਬਾਰਾ ਫਿਰ ਇੱਕ ਵਾਰ ਪਟਿਆਲੇ ਦੇ ਵਿੱਚ ਉਹਨਾਂ ਮੰਤਰੀਆਂ ਨੂੰ, ਉਹਨਾਂ ਐਮਐਲਏ ਨੂੰ, ਉਸ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਇੱਕ ਵਾਰੀ ਹਲੂਣਾ ਮਾਰੀਏ ਕਿ ਸਾਡੀ ਈਟੀਟੀ ਦੀ ਪੋਸਟ ਹੈ ਜਿਹੜੀ ਸਿਰਫ ਇੱਕ ਈਟੀਟੀ ਨੂੰ ਹੀ ਮਿਲਣੀ ਚਾਹੀਦੀ ਹੈ। ਤਾਂ ਸਾਰੇ ਸਾਥੀਆਂ ਦਾ ਧੰਨਵਾਦ। ਲਾਈਵ ਜਿਹੜੇ ਸਾਥੀ ਸੁਣ ਰਹੇ ਨੇ ਉਹ ਕਿਰਪਾ ਕਰਕੇ ਇਸ ਲਾਈਵ ਨੂੰ ਜਰੂਰ ਸ਼ੇਅਰ ਕਰਨ ਤਾਂ ਜੋ ਸਰਕਾਰ ਤੱਕ ਜਿਹੜੀ ਹੈ ਉਹ ਆਪਣੀ ਆਵਾਜ਼ ਜਿਹੜੀ ਹੈ ਪਹੁੰਚ ਸਕੇ। ਸੋ ਸਾਰੇ ਸਾਥੀਆਂ ਦਾ ਧੰਨਵਾਦ। ਜੈ ਜਨਤਾ ਜੈ ਸੰਘਰਸ਼। ਸਾਥੀਓ ਯਾਦ ਰੱਖੋ 19 ਤਰੀਕ ਨੂੰ ਪਟਿਆਲੇ ਦੇ ਵਿੱਚ ਜਰੂਰ ਪਹੁੰਚੋ। ਤੁਹਾਡੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਉਹਨਾਂ ਦੀ ਡਿਊਟੀਆਂ ਜਿਹੜੀਆਂ ਨੇ ਉਹ ਅਸੀਂ ਸਾਰੇ ਲਗਾਉਣ ਜਾ ਰਹੇ ਹਾਂ। ਤਾਂ 19 ਤਰੀਕ ਨੂੰ ਸਾਰੇ ਸਾਥੀ ਜਿਹੜੇ ਆ, ਜਦੋਂ ਵੀ ਤੁਹਾਡੇ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨ ਤੁਹਾਨੂੰ ਕਾਲ ਕਰਨਗੇ, ਉਹਨਾਂ ਦੇ ਕਹਿਣੇ ਤੇ ਜਿੱਥੇ ਤੁਹਾਨੂੰ ਵਹੀਕਲ ਦੇ ਲਈ ਕਹਿਣਗੇ ਉੱਥੇ ਜਾ ਕੇ ਤੁਸੀਂ ਸਮੇਂ ਸਿਰ ਪਹੁੰਚ ਕੇ ਪਟਿਆਲੇ ਪਹੁੰਚਣਾ ਹੈ। ਧੰਨਵਾਦ ਸਾਥੀਓ। ਜੈ ਜਨਤਾ ਜੈ ਸੰਘਰਸ਼। ਜਿੱਤ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।